ਡੇਟਾਬੇਸ ਯੂਟਿਲਿਟੀਜ਼ ਜਦੋਂ ਅਸੀਂ DBMS ਨੂੰ ਯੂਜ਼ ਕਰਦੇ ਹਾਂ, ਡੇਟਾਬੇਸ ਮੈਨੇਜਮੈਂਟ ਸਿਸਟਮ ਨੂੰ ਅਸੀਂ ਯੂਜ਼ ਕਰਦੇ ਹਾਂ ਕੰਪਿਊਟਰ ਤੇ, ਤਾਂ ਉਹਦੇ ਵਿੱਚ ਕੁਝ ਟੂਲਸ ਅਵੇਲੇਬਲ ਹੁੰਦੇ ਨੇ ਅਲੱਗ-ਅਲੱਗ ਕੰਮ ਕਰਨ ਦੇ ਲਈ। ਡੇਟਾਬੇਸ ਨੂੰ ਮੈਨੇਜ ਕਰਨ ਦੇ ਲਈ ਅਲੱਗ-ਅਲੱਗ ਟੂਲਸ ਉਹਦੇ ਵਿੱਚ ਅਵੇਲੇਬਲ ਹੁੰਦੇ ਨੇ। ਉਹ ਜਿਹੜੇ ਟੂਲਸ ਨੇ ਉਹਨਾਂ ਨੂੰ ਅਸੀਂ ਯੂਟਿਲਿਟੀਜ਼ ਵੀ ਕਹਿ ਸਕਦੇ ਹਾਂ, ਡੇਟਾਬੇਸ ਯੂਟਿਲਿਟੀਜ਼। ਇਹ ਕੁਝ ਟੂਲਸ ਨੇ ਜਿਹੜੇ ਆਪਾਂ ਇੱਥੇ ਡਿਸਕਸ ਕਰਨੇ ਨੇ। ਸਭ ਤੋਂ ਪਹਿਲਾਂ ਲੋਡਿੰਗ ਦੇ ਲਈ ਸਾਨੂੰ ਇੱਕ ਟੂਲ ਚਾਹੀਦਾ ਜਿਸ ਦੀ ਮਦਦ ਦੇ ਨਾਲ ਅਸੀਂ ਡੇਟਾਬੇਸ ਦੇ ਵਿੱਚ ਡਾਟਾ ਲੋਡ ਕਰ ਸਕੀਏ, ਕਿਉਂਕਿ ਜਦੋਂ ਅਸੀਂ ਉਹਨੂੰ ਇੰਸਟਾਲ ਕਰਾਂਗੇ ਉਹ ਖਾਲੀ ਹੋਏਗਾ। ਜਦੋਂ ਅਸੀਂ DBMS ਇੰਸਟਾਲ ਕਰਾਂਗੇ ਤਾਂ ਖਾਲੀ ਹੋਏਗਾ, ਉਹ ਸਿਰਫ ਇੱਕ ਪੈਕੇਜ ਹੋਏਗਾ, ਸੌਫਟਵੇਅਰ ਹੋਏਗਾ, ਉਹਦੇ ਵਿੱਚ ਸਾਡਾ ਡਾਟਾ ਤਾਂ ਨਹੀਂ ਹੋਏਗਾ ਨਾ। ਅਸੀਂ ਉਹਦੇ 'ਚ ਆਪਣਾ ਡਾਟਾ ਲੋਡ ਕਰਨਾ ਹੈ, ਉਹਦੇ ਲਈ ਸਾਨੂੰ ਲੋਡਿੰਗ ਯੂਟਿਲਿਟੀ ਦੀ ਜ਼ਰੂਰਤ ਪਏਗੀ। ਇਹ ਲੋਡਿੰਗ ਯੂਟਿਲਿਟੀ ਇਜ਼ ਯੂਜ਼ਡ ਟੂ ਲੋਡ ਐਗਜ਼ਿਸਟਿੰਗ ਡਾਟਾ ਫਾਈਲਸ। ਡਾਟਾ ਫਾਈਲਾਂ ਸਾਡੀਆਂ ਟੈਕਸਟ ਫਾਈਲਾਂ ਵੀ ਹੋ ਸਕਦੀਆਂ ਨੇ ਜਾਂ ਕਿਸੇ ਅਲੱਗ ਹੋਰ ਐਕਸਲ ਫਾਈਲ ਵੀ ਹੋ ਸਕਦੀ ਹੈ। ਉਹਨਾਂ 'ਚੋਂ ਡਾਟਾ ਚੱਕ ਕੇ ਡਾਟਾਬੇਸ 'ਚ ਕਾਪੀ ਕਰਨਾ ਹੈ ਲੋਡਿੰਗ ਯੂਟਿਲਿਟੀ ਨੇ, such as text files, sequential files into the database. Usually the current या source format of the data file and the desired यानी target database file structure are specified in the utility. मतलब करंट ਜਾਂ source मतलब ਜਿੱਥੋਂ ਤੁਸੀਂ ਡਾਟਾ ਲੈ ਰਹੇ ਹੋ, ਮਤਲਬ ਐਕਸਲ ਦੀ ਫਾਈਲ ਹੋ ਸਕਦੀ ਹੈ, ਟੈਕਸਟ ਫਾਈਲ ਹੋ ਸਕਦੀ ਹੈ, ਉਹਦਾ ਫਾਰਮੈਟ ਅਤੇ ਜਿਹੜਾ ਡਿਜ਼ਾਇਰਡ ਜਾਂ ਟਾਰਗੇਟ ਡਾਟਾਬੇਸ ਹੈ ਉਹਦੀ ਜਿਹੜੀ ਫਾਈਲ ਹੈ ਉਹਦਾ ਸਟਰਕਚਰ ਕੀ ਹੈ, ਉਹ ਦੋਨੋਂ ਚੀਜ਼ਾਂ ਉਸ ਯੂਟਿਲਿਟੀ ਨੂੰ ਪਤਾ ਹੁੰਦੀਆਂ। ਉਹਦੇ 'ਚ ਸਪੈਸੀਫਾਈ ਕੀਤਾ ਜਾਂਦਾ ਹੈ ਕਿ ਮੈਂ ਡਾਟਾ ਐਕਸਲ ਤੋਂ ਅੱਗੇ ਕਿਸ ਸਟਰਕਚਰ ਦੇ ਵਿੱਚ ਉਸ ਨੂੰ ਮੈਂ ਟ੍ਰਾਂਸਫਰ ਕਰ ਰਿਹਾ, ਕਿਸ ਡਾਟਾਬੇਸ 'ਚ ਕਰ ਰਿਹਾ, ਉਹਦਾ ਫਾਰਮੈਟ ਕੀ ਹੈ। which then automatically reformats the data and stores it in the database. ਲੋਡਿੰਗ ਯੂਟਿਲਿਟੀ ਦਾ ਇੱਕ ਕੰਮ ਹੈ, ਉਹ ਆਪਣੇ ਆਪ ਨੂੰ ਰੀਫਾਰਮੇਟ ਕਰ ਦੇਗਾ, ਬਦਲ ਦੇਗਾ ਟੈਕਸਟ ਫਾਈਲਾਂ ਨੂੰ ਜਾਂ ਐਕਸਲ ਦੀਆਂ ਫਾਈਲਾਂ ਨੂੰ ਉਸ ਫਾਰਮੇਟ 'ਚ ਬਦਲ ਦੇਗਾ ਜਿਸ ਫਾਰਮੇਟ 'ਚ ਡਾਟਾਬੇਸ 'ਚ ਉਹਨਾਂ ਨੇ ਲੋਡ ਹੋਣਾ। ਦੂਸਰੀ ਜ਼ਿਆਦਾ ਯੂਜ਼ ਹੋਣ ਵਾਲੀ ਯੂਟਿਲਿਟੀ ਹੈ ਬੈਕਅਪ ਯੂਟਿਲਿਟੀ। ਆਪਾਂ ਨੂੰ ਸਮੇਂ-ਸਮੇਂ ਤੇ ਡਾਟਾਬੇਸ ਦਾ ਬੈਕਅਪ ਲੈ ਕੇ ਰੱਖਣਾ ਪੈਂਦਾ ਤਾਂ ਜੋ ਜੇ ਕਿਸੇ ਕਾਰਨ ਐਕਸੀਡੈਂਟਲੀ ਉਹ ਡਾਟਾ ਡਿਲੀਟ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਤਾਂ ਉਹ ਰਿਕਵਰ ਕੀਤਾ ਜਾ ਸਕੇ। So the backup utility creates a backup copy of the database, usually by dumping the entire database into tape. Tape ਜਿਵੇਂ ਸਾਡੀ ਕੈਸੇਟ ਹੁੰਦੀ ਸੀ ਉੱਦਾਂ ਦੀ ਟੇਪ ਡਰਾਈਵ ਹੁੰਦੀ ਹੈ, ਉਹਦੇ ਵਿੱਚ ਡਾਟਾ ਕਾਪੀ, ਉਹਨੂੰ ਬੈਕਅਪ ਡਰਾਈਵ ਕਿਹਾ ਜਾਂਦਾ ਜ਼ਿਆਦਾਤਰ। ਅੱਜ ਕੱਲ੍ਹ ਤਾਂ ਖੈਰ ਬਦਲ ਗਿਆ ਸਿਸਟਮ, ਪਰ ਇਹ ਅਜੇ ਵੀ ਕਈ ਜਗ੍ਹਾ ਤੇ ਪੋਪੂਲਰ ਹੈ ਕਿਉਂਕਿ ਇਹ ਹਿਊਜ ਅਮਾਊਂਟ ਆਫ ਡਾਟਾ ਕਾਪੀ ਕਰਕੇ ਰੱਖ ਸਕਦੀ ਹੈ ਤੇ ਰੈਗੂਲਰ ਬੈਕਅਪ ਦੇ ਲਈ ਇਹ ਇੱਕ ਕਾਸਟ ਇਫੈਕਟਿਵ ਮੈਥਡ ਹੈ। The backup copy can be used to restore the database in case of catastrophic failure. Catastrophic failure मतलब ਕੋਈ ਨੈਚੁਰਲ ਡਿਜ਼ਾਸਟਰ ਹੋ ਜਾਵੇ, ਕੋਈ ਫਲੱਡ ਆ ਗਏ, ਕੋਈ ਬਿਜਲੀ ਗਿਰ ਗਈ, ਅੱਗ ਲੱਗ ਗਈ, ਇਹ ਚੀਜ਼ਾਂ ਨੂੰ ਕੈਟਾਸਟ੍ਰੋਫਿਕ ਫੇਲਰ ਕਹਿੰਦੇ ਆ। ਉਸ ਕੇਸ ਦੇ ਵਿੱਚ ਡਾਟਾ ਸਾਨੂੰ ਬੈਕਅਪ ਕਾਪੀ ਤੋਂ ਮਿਲ ਸਕਦਾ ਹੁੰਦਾ ਹੈ। Incremental backups are often used where only changes since the previous database backup are recorded. Incremental backup ਹੁੰਦੇ ਨੇ ਵੀ ਜਿਵੇਂ ਜਿੰਨਾ ਬੈਕਅਪ ਹੋਇਆ ਸੀ, ਜਿਹੜੀਆਂ ਚੇਂਜਸ ਆਈਆਂ ਨੇ ਉਹ ਹੋਰ ਬੈਕਅਪ ਕਰ ਲਓ, ਜਿਹੜੀਆਂ ਚੇਂਜਸ ਆਈਆਂ ਨੇ ਉਹ ਹੋਰ ਬੈਕਅਪ ਹੈ। ਰੈਗੂਲਰਲੀ ਡੇਲੀ ਲਾ ਲਓ, ਵੀਕਲੀ ਲਾ ਲਓ, ਇੱਦਾਂ ਉਹ ਬੈਕਅਪ ਜਿਹੜੇ ਨੇ ਅਪਗ੍ਰੇਡ ਹੋਈ ਜਾਂਦੇ ਹੁੰਦੇ, ਇਹਨੂੰ ਇਨਕਰੀਮੈਂਟਲ ਬੈਕਅਪ ਕਿਹਾ ਜਾਂਦਾ। ਇਨਕਰੀਮੈਂਟਲ ਬੈਕਅਪ ਇਜ਼ ਮੋਰ ਕੰਪਲੈਕਸ ਬਟ ਸੇਵਸ ਸਪੇਸ। ਹੁਣ ਜੇ ਸਾਰਾ ਬੈਕਅਪ ਇਕੱਠਾ ਲਵਾਂਗੇ ਨਾਲੇ ਤਾਂ ਟਾਈਮ ਜ਼ਿਆਦਾ ਲੱਗੇਗਾ, ਨਾਲੇ ਉਹ ਜ਼ਿਆਦਾ ਸਪੇਸ ਅਕੂਪਾਈ ਕਰੇਗਾ। ਤੋ ਜਿਹੜਾ ਪਹਿਲਾਂ ਬੈਕਅਪ ਪਿਆ ਹੁੰਦਾ ਉਸੇ ਨੂੰ ਅਪਡੇਟ ਕਰਦੇ ਰਹਿੰਦੇ ਆ, ਉਹਨੂੰ ਅਸੀਂ ਇਨਕਰੀਮੈਂਟਲ ਬੈਕਅਪ ਕਹਿੰਦੇ। ਫਾਈਲ ਰੀਆਰਗੇਨਾਈਜੇਸ਼ਨ। This utility can be used to reorganize a database file into a different file organization to improve performance.
ਜਦੋਂ ਨਾ ਅਸੀਂ ਡਾਟਾਬੇਸ ਨੂੰ ਯੂਜ਼ ਕਰਦੇ ਰਹਿੰਦੇ ਆ ਤਾਂ ਉਹ ਨਾ ਉਹਦਾ ਜਿਹੜਾ ਡਾਟਾ ਹੈ ਉਹ ਸਕੈਟਰ ਹੋ ਜਾਂਦਾ ਹੈ, ਜਾਂ ਕਈ ਵਾਰ ਉਸਦਾ ਜਿਹੜਾ ਸਟਰਕਚਰ ਹੈ ਉਹ ਉਹ ਸਲੋ ਹੁੰਦਾ ਹੈ। ਤਾਂ ਅਸੀਂ ਫਾਈਲ ਔਰ ਰੀਆਰਗੇਨਾਈਜੇਸ਼ਨ ਯੂਟਿਲਿਟੀ DBM ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿਸ ਦੀ ਮਦਦ ਦੇ ਨਾਲ ਅਸੀਂ ਪਰਫਾਰਮੈਂਸ ਇੰਪਰੂਵ ਕਰਨ ਦੇ ਲਈ, ਫਾਸਟ ਕਰਨ ਦੇ ਲਈ ਸਰਵਰ ਨੂੰ ਅਸੀਂ ਉਹਦੀ ਜਿਹੜੀ ਡਾਟਾ ਹੈ ਫਾਈਲਸ ਦੇ ਵਿੱਚ ਉਹਨੂੰ ਰੀਆਰਗੇਨਾਈਜ਼ ਕਰਦੇ ਹਾਂ। ਪਰਫਾਰਮੈਂਸ ਮੋਨੀਟਰਿੰਗ, ਇਹ DBA ਅਕਸਰ ਦੇਖਦਾ ਰਹਿੰਦਾ ਹੈ ਵੀ ਪਰਫਾਰਮੈਂਸ ਕਿਵੇਂ ਚੱਲ ਰਹੀ ਹੈ, ਡਾਟਾ ਸਰਵਰ ਓਵਰਲੋਡ ਤਾਂ ਨਹੀਂ ਹੋ ਰਿਹਾ। Such a utility monitors database uses and provides statistics to the DBA, database administrator. The DBA uses the statistics to making decisions such as whether or not to reorganize files to improve performance. ਜੇ ਉਹਨੂੰ ਲੱਗੇ ਕਿ ਜਿਹੜੀ ਪਰਫਾਰਮੈਂਸ ਹੈ ਘਟ ਰਹੀ ਹੈ, ਸਰਵਰ ਓਵਰਲੋਡ ਹੋ ਰਿਹਾ ਜਾਂ ਸਰਵਰ ਦੇ ਉੱਤੇ ਲੋਡ ਜ਼ਿਆਦਾ ਵਧਿਆ ਹੋਇਆ ਜਿਹਦੇ ਕਰਕੇ ਟਾਈਮ ਲੱਗ ਰਿਹਾ ਕਨੈਕਟ ਹੋਣ ਨੂੰ, ਤਾਂ ਫਿਰ ਉਹਨਾਂ ਕੇਸਿਸ ਦੇ ਵਿੱਚ ਉਹ ਫਾਈਲਸ ਨੂੰ ਰੀਆਰਗੇਨਾਈਜ਼ ਕਰਦਾ ਹੈ ਉੱਪਰ ਵਾਲੀ ਯੂਟਿਲਿਟੀ ਜਿਹੜੀ ਆਪਾਂ ਪੜ੍ਹੀ ਆ ਉਹਨੂੰ ਵਰਤ ਕੇ। ਕੁਝ ਕੀਜ਼ ਨੇ ਜਦੋਂ ਅਸੀਂ ਸਰਵਰ ਦੇ ਵਿੱਚ ਡਾਟਾ ਸਟੋਰ ਕਰਦੇ ਹਾਂ ਡਾਟਾਬੇਸ ਸਰਵਰ 'ਚ, ਤਾਂ ਸਾਡੇ ਕੋਲੇ ਇੱਦਾਂ ਦਾ ਡਾਟਾ ਹੁੰਦਾ ਜਿਵੇਂ ਮੈਂ ਇੱਥੇ ਦਿਖਾਇਆ ਹੋਇਆ ਸੈਂਪਲ। ਇਹਨੂੰ ਸਮਝਾਉਣ ਦੇ ਲਈ ਮੈਂ ਆਹ ਇੱਕ ਐਗਜ਼ਾਮਪਲ ਲਈ ਹੈ ਇਹਨਾਂ ਚੀਜ਼ਾਂ ਨੂੰ, ਕੀਜ਼ ਨੂੰ ਸਮਝਾਉਣ ਲਈ। ਇੱਥੇ ਰੋਲ ਨੰਬਰ ਬੜੀ ਇੰਪੋਰਟੈਂਟ ਕੀ ਹੈ, ਕਿਉਂਕਿ ਇਹ ਡੁਪਲੀਕੇਟ ਨਹੀਂ ਹੁੰਦੀ। ਹਰੇਕ ਰਿਕਾਰਡ 'ਚ ਨਾਮ ਤਾਂ ਡੁਪਲੀਕੇਟ ਹੋ ਸਕਦਾ ਪਰ ਰੋਲ ਨੰਬਰ ਨਹੀਂ ਹੁੰਦਾ, ਯੂਨੀਕਲੀ ਆਇਡੈਂਟੀਫਾਈ ਕਰਦੀ ਹੈ ਇਹ। ਇਸ ਕਰਕੇ ਇਸ ਨੂੰ ਅਸੀਂ ਕੀ ਫੀਲਡ, ਕੀ ਐਟਰੀਬਿਊਟ, ਕੁਝ ਵੀ ਇਦਾਂ ਕਹਿ ਸਕਦੇ ਹਾਂ। ਸੋ ਦ ਵਰਡ ਹੈ ਸੁਪਰ ਕੀ। A super key is any combination of fields within a table that uniquely identifies each record within that table. ਜਿਵੇਂ ਆ ਟੇਬਲ ਹੈ ਉੱਪਰ ਬਣਿਆ ਹੋਇਆ, ਇਹਦੇ ਵਿੱਚ ਜਿਹੜਾ ਫੀਲਡ ਯੂਨੀਕਲੀ ਆਇਡੈਂਟੀਫਾਈ ਕਰੇਗਾ ਹਰੇਕ ਰਿਕਾਰਡ ਨੂੰ, ਉਸ ਨੂੰ ਅਸੀਂ ਸੁਪਰ ਕੀ ਕਹਾਂਗੇ। ਹੁਣ ਇੱਥੇ ਗੱਲਾਂ ਦੋ ਆ ਜਾਂਦੀਆਂ ਨੇ, ਕੰਬੀਨੇਸ਼ਨ ਆਫ ਫੀਲਡਸ। ਕਈ ਵਾਰ ਕੀ ਹੁੰਦਾ ਜਿਵੇਂ ਇਹਦੇ ਵਿੱਚ ਰੋਲ ਨੰਬਰ ਹੈ ਜਿਹੜਾ ਉਹ ਯੂਨੀਕਲੀ ਆਇਡੈਂਟੀਫਾਈ ਨਾ ਕਰਦਾ ਹੋਵੇ ਅਤੇ ਅਸੀਂ ਨੇਮ ਅਤੇ ਕਲਾਸ ਜਾਂ ਨੇਮ ਅਤੇ ਸਿਟੀ ਜਾਂ ਨੇਮ ਅਤੇ ਡੇਟ ਆਫ ਬਰਥ ਇੱਦਾਂ ਕੁਝ ਦੋ ਫੀਲਡ ਇਕੱਠੇ ਕਰਕੇ ਉਹਨੂੰ ਇੱਕ ਕੀ ਦੇ ਤੌਰ ਤੇ ਵਰਤੀਏ ਵੀ ਹਰੇਕ ਰਿਕਾਰਡ ਆਇਡੈਂਟੀਫਾਈ ਕਰਨਾ ਸੌਖਾ ਹੋ ਜਾਵੇ। ਵੀ ਨੇਮ ਦੇ ਨਾਲ ਡੇਟ ਆਫ ਬਰਥ ਵੀ ਚੈੱਕ ਕਰ ਲਓ, ਦੋ ਫੀਲਡ ਇਕੱਠੇ ਕਰ ਲਓ, ਤਾਂ ਉਸ ਕੇਸ 'ਚ ਅਸੀਂ ਉਹਨੂੰ ਕਹਾਂਗੇ ਸੁਪਰ ਕੀ, ਯੂਨੀਕਲੀ ਆਇਡੈਂਟੀਫਾਈ ਕਰਦੀ ਆ। ਜਿਵੇਂ ਸੁਪਰ ਕੀ ਕੈਨ ਹੈਵ ਰੀਡੰਡੈਂਟ ਐਟਰੀਬਿਊਟਸ। ਰੀਡੰਡੈਂਟ ਮਤਲਬ ਜਿਵੇਂ ਸਿਟੀ ਹੈ, ਸਿਟੀ ਡੁਪਲੀਕੇਟ ਹੋ ਸਕਦੀ ਹੈ, ਨੇਮ ਡੁਪਲੀਕੇਟ ਹੋ ਸਕਦਾ ਹੈ, ਪਰ ਜਦੋਂ ਦੋਨੇ ਇਕੱਠੇ ਹੋ ਜਾਣਗੇ ਤਾਂ ਫਿਰ ਉਹ ਯੂਨੀਕਲੀ ਆਇਡੈਂਟੀਫਾਈ ਕਰ ਸਕਦੇ ਨੇ। ਜਿਵੇਂ ਡੇਟ ਆਫ ਬਰਥ ਹੈ, ਉਹ ਡੁਪਲੀਕੇਟ ਹੋ ਸਕਦੀ ਹੈ, ਦੋ ਬੰਦਿਆਂ ਦੀ ਸੇਮ ਹੋ ਸਕਦੀ ਹੈ, ਦੋ ਬੰਦਿਆਂ ਦਾ ਨੇਮ ਵੀ ਸੇਮ ਹੋ ਸਕਦਾ ਹੈ, ਪਰ ਨੇਮ ਅਤੇ ਡੇਟ ਆਫ ਬਰਥ ਦੋਹਾਂ ਨੂੰ ਇਕੱਠਾ ਕਰ ਲਈਏ ਤਾਂ ਫਿਰ ਉਹ ਇੱਕ ਯੂਨੀਕ ਰਿਕਾਰਡ ਲੱਭਣ 'ਚ ਮਦਦ ਕਰ ਸਕਦੇ ਨੇ। ਉਸ ਕੇਸ ਦੇ ਵਿੱਚ ਰੀਡੰਡੈਂਟ ਦਾ ਮਤਲਬ ਹੈ ਡੁਪਲੀਕੇਟ, ਰੀਡੰਡੈਂਟ ਡੁਪਲੀਕੇਟ ਐਟਰੀਬਿਊਟਸ। ਫॉर एग्जाम्पल द वब टेबल रोल नंबर नेम सिटी इज ए सुपर की। ਇਹਨਾਂ ਨੂੰ ਮਿਲਾਵਾਂਗੇ ਤਾਂ ਸੁਪਰ ਕੀ ਹੈ। ਕੱਲੇ ਰੋਲ ਨੰਬਰ ਨੂੰ ਅਸੀਂ ਪ੍ਰਾਇਮਰੀ ਕੀ ਕਹਾਂਗੇ। ਪ੍ਰਾਇਮਰੀ ਕੀ ਮੇ ਬੀ ਏ ਸਬਸੈਟ ਆਫ ਸੁਪਰ ਕੀ। ਉਸੇ ਤਰ੍ਹਾਂ ਹੁੰਦੀ ਹੈ ਕੈਂਡੀਡੇਟ ਕੀ। ਜਦੋਂ ਸਾਡੇ ਕੋਲੇ ਸੁਪਰ ਕੀ ਦਾ ਇੱਕ ਸਬ ਪਾਰਟ, ਜਿਵੇਂ ਇਹਦੇ 'ਚ ਆਪਾਂ ਨੇਮ ਅਤੇ ਸਿਟੀ ਜਾਂ ਨੇਮ ਅਤੇ ਡੇਟ ਆਫ ਬਰਥ ਦੇਖ ਲਈ। A candidate key is a subset. Subset मतलब part of the super key. A candidate key is a single field or the least combination of fields that uniquely identifies each record in the table. Least combination of ਘੱਟੋ ਘੱਟ fields ਦਾ combination. ਜਿਵੇਂ ਸੁਪਰ ਕੀ ਦੇ ਵਿੱਚ ਤਾਂ ਅਸੀਂ ਬਹੁਤ ਸਾਰੇ ਫੀਲਡ ਲੈ ਸਕਦੇ ਹਾਂ, ਜਿਵੇਂ ਉੱਪਰ ਆਪਾਂ 3 ਲੈਣੇ, ਰੋਲ ਨੰਬਰ, ਨੇਮ, ਸਿਟੀ, ਤਿੰਨੋਂ ਹੀ ਲੈ ਲਏ ਅਸੀਂ, ਤਾਂ ਸੁਪਰ ਕੀ ਬਣ ਗਈ। ਹੁਣ ਸੁਪਰ ਕੀ ਤੋਂ ਕੈਂਡੀਡੇਟ ਕੀ ਦਾ ਇਹ ਫਰਕ ਹੈ, ਕੈਂਡੀਡੇਟ ਕੀ 'ਚ ਘੱਟੋ ਘੱਟ ਫੀਲਡ ਜਿਹੜੇ ਯੂਨੀਕਲੀ ਆਇਡੈਂਟੀਫਾਈ ਕਰ ਲੈਣਗੇ, ਪਰ ਐਕਸਟਰਾ ਫੀਲਡ ਲੈਣ ਦੀ ਲੋੜ ਨਾ ਹੋਵੇ। ਸੁਪਰ ਕੀ 'ਚ ਅਸੀਂ ਐਕਸਟਰਾ ਵੀ ਲੈ ਲੈਂਦੇ ਹਾਂ, ਜਿਵੇਂ ਸਿਟੀ ਹੈ, ਸਿਟੀ ਦਾ ਡੁਪਲੀਕੇਟ ਹੋਣੀ ਹੈ ਪਰ ਆਪਾਂ ਲੈ ਲਿਆ, ਸੁਪਰ ਕੀ 'ਚ ਲੈ ਸਕਦੇ ਹਾਂ। ਕੈਂਡੀਡੇਟ ਕੀ 'ਚ ਸਿਰਫ ਉਹੀ ਲਵਾਂਗੇ ਜਿਹੜੇ ਯੂਨੀਕਲੀ ਆਇਡੈਂਟੀਫਾਈ ਕਰਨ ਲਈ ਕਾਫੀ ਹੋਣਗੇ। ਲੀਸਟ ਕੰਬੀਨੇਸ਼ਨ, ਦ ਲੀਸਟ ਕੰਬੀਨੇਸ਼ਨ ਫੀ ਆਫ ਫੀਲਡਸ ਡਿਸਟਿੰਗੁਇਸ਼ਸ ਦ ਕੈਂਡੀਡੇਟ ਕੀ ਫਰੋਮ ਦਾ ਸੁਪਰ ਕੀ। ਇਹੀ ਫਰਕ ਹੈ ਸੁਪਰ ਕੀ ਅਤੇ ਕੈਂਡੀਡੇਟ ਕੀ 'ਚ, ਕਿ ਜਿਹੜੀ ਕੈਂਡੀਡੇਟ ਕੀ ਆ ਉਹਦੇ 'ਚ ਲੀਸਟ ਕੰਬੀਨੇਸ਼ਨ ਹੋਏਗਾ, ਘੱਟੋ ਘੱਟ ਫੀਲਡ ਜਿਹੜੇ ਜ਼ਰੂਰਤ ਨੇ ਉਹੀ ਲੈ ਜਾਣਗੇ। ਸੁਪਰ ਕੀ 'ਚ ਵੱਧ ਵੀ ਲੈ ਜਾਂਦੇ ਨੇ। देयर may be more than one attribute in the relation that identifies each record uniquely. ਪਰ ਇੱਕ ਤੋਂ ਜ਼ਿਆਦਾ ਫੀਲਡ ਹੋ ਸਕਦੇ ਨੇ ਕੈਂਡੀਡੇਟ ਕੀ ਦੇ ਵਿੱਚ ਵੀ। These attributes are called candidate keys.
ਫॉर एग्जांपल ਟੇਬਲ ਦੇ ਵਿੱਚ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਦੋਨਾਂ ਨੂੰ ਅਗਰ ਅਸੀਂ ਕੰਬਾਈਨ ਕਰ ਦਈਏ ਤਾਂ ਇਹ ਯੂਨੀਕਲੀ ਆਇਡੈਂਟੀਫਾਈ ਕਰ ਲੈਣਗੇ। ਵੈਸੇ ਤਾਂ ਇਕੱਲੇ-ਇਕੱਲੇ ਵੀ ਕਰ ਸਕਦੇ ਨੇ ਕਿਉਂਕਿ ਰੋਲ ਨੰਬਰ ਵੀ ਡੁਪਲੀਕੇਟ ਨਹੀਂ ਹੁੰਦਾ, ਰਜਿਸਟ੍ਰੇਸ਼ਨ ਵੀ ਨਹੀਂ ਹੁੰਦਾ। ਪਰ ਜੇ ਅਸੀਂ ਦੋਨਾਂ ਨੂੰ ਇਕੱਠੇ ਕਰ ਲਈਏ ਤਾਂ ਇਹ ਆਪਾਂ ਕੈਂਡੀਡੇਟ ਕੀਜ਼ ਇਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੀ ਮਦਦ ਦੇ ਨਾਲ ਅਸੀਂ ਹਰੇਕ ਰਿਕਾਰਡ ਨੂੰ ਯੂਨੀਕਲੀ ਆਇਡੈਂਟੀਫਾਈ ਕਰ ਸਕਦੇ ਹਾਂ। ਪ੍ਰਾਇਮਰੀ ਕੀ, प्राइमरी की जो है प्राइमरी की एक कैंडीडेट की दी तरह ही होंदी है। एक कैंडीडेट की जिस दे विच एप्रोप्रिएट टू बी मेन रेफरेंस की ऑफ द टेबल, जो उन्हों रेफर करती है प्राइमरी की जी। ठीक है, जो आप प्राइमरी की है जी वो मेन की होएगी, जिवें रोल नंबर मैं पिछले ये तुहानूं दस्सिया भी इत्थे रोल नंबर है जिहड़ा ये सुपर की दा एक मेन पार्ट है जो यूनीकली आइडेंटिफाई कर सकता है। ठीक है, तो इस करके इसनूं असीं प्राइमरी की कह सकते हैं। ये प्राइमरी की इज ए कैंडीडेट की दैट इज मोस्ट एप्रोप्रिएट टू बी द मेन रेफरेंस की फॉर द टेबल। जिहड़ी मेन रेफरेंस की है वो प्राइमरी की मन्नी जाती है, सब तो मेन है जी, जिहदे नाल हरेक रिकॉर्ड आइडेंटिफाई हो जाता है। द प्राइमरी की मस्ट कंटेन यूनीक वैल्यूज, ਉਹਦੇ 'ਚ कोई वैल्यू डुप्लीकेट नहीं होनी चाहिए, यूनीक होनी चाहिए ने। मस्ट नैवर भी नल मतलब खाली नहीं होनी चाहिए, वो वैल्यू जरूर होनी चाहिए है। एंड यूनीकली आइडेंटिफाई ईच रिकॉर्ड इन द टेबल, हरेक रिकॉर्ड को यूनीकली आइडेंटिफाई करती हो। फॉर एग्जाम्पल रोल नंबर इज ए प्राइमरी की। उस तरह होंगी है यूनीक की, ये प्राइमरी की वर्गी होंगी है, पर ये फर्क ये होंगे कि खाली हो सकती है, यदि वैल्यू नल हो सकती है। जो होएगी तो डुप्लीकेट नहीं होएगी, यूनीक होएगी, पर जां नहीं भी होएगी तो भी चल जाएगा। इन्ना ही फर्क है। यूनीक की इज सिमिलर टू प्राइमरी की। द ओनली वन डिफरेंस बिटवीन यूनीक एंड प्राइमरी की इज दैट यूनीक की अलाउज नल वैल्यूज। यूनीक की दे विच नल वैल्यू हो सकती है, खाली हो सकती है वैल्यू, बट प्राइमरी की डज नॉट अलाउ नल वैल्यूज। प्राइमरी की वैल्यू होनी जरूरी है। आल्सो देयर कैन बी मैनी यूनीक कीज इन द टेबल बट ओनली वन प्राइमरी की पर टेबल। दूजा डिफरेंस की है यूनीक का ते प्राइमरी का, एक टेबल च सिर्फ इको ही प्राइमरी की होंगी है, पर यूनीक कीज एक तो ज़्यादा हो सकदियां ने। फॉर एग्जाम्पल रजिस्ट्रेशन नंबर में असीं यूनीक की मान सकते हैं, क्योंकि प्राइमरी की तो असीं रोल नंबर नूं मान लिया। ठीक है, तो यूनीक की असीं रजिस्ट्रेशन नंबर नूं मान सकते हैं। तो एक आ है फॉरन की, ये भी बहुत इंपॉर्टेंट है, इसका लिंक प्राइमरी की नाल हुंदा है। फॉरन की किसी दूजे टेबल दे विच एक फील्ड हुंदा है जिहड़ा प्राइमरी की दे नाल रिलेटेड हुंदा है, रिलेशनशिप बनाउण लई वरतिया जांदा है। A foreign key is an attribute or a combination of attributes that refers to the primary key of another table। मतलब दो टेबल होण, एक टेबल च रोल नंबर है, दूजे टेबल च भी रोल नंबर है, पर दूजे टेबल वाला रोल नंबर पहले टेबल वाले रोल नंबर नूं रेफर करदा। रेफर दा की मतलब दूजे टेबल च जिहड़ा रोल नंबर है उहदे च सिर्फ वो वैल्यूज आउणगीਆਂ ਜਿਹੜੀਆਂ प्राइमरी की वाले रोल नंबर ਦੇ ਵਿੱਚ ਪਹਿਲਾਂ ਐਗਜ਼ਿਸਟ ਕਰਦੀਆਂ ਹੋਣਗੀਆਂ। ਤੁਸੀਂ ਕੋਈ ਹੋਰ ਰੋਲ ਨੰਬਰ ਨਹੀਂ ਭਰ ਸਕਦੇ ਫੋਰਨ ਕੀ ਚ ਜਿਹੜਾ ਪ੍ਰਾਇਮਰੀ ਕੀ ਚ ਨਾ ਭਰਿਆ ਗਿਆ ਹੋਵੇ। ਤੇ ਦੂਜੀ ਗੱਲ ਹੈ ਫੋਰਨ ਕੀ ਚ ਵੈਲਿਊ ਡੁਪਲੀਕੇਟ ਹੋ ਸਕਦੀ ਹੈ, ਪ੍ਰਾਇਮਰੀ ਕੀ ਚ ਨਹੀਂ ਹੋ ਸਕਦੀ। ਫੋਰਨ ਕੀ ਆਲਵੇਜ਼ ਰੈਫਰਸ ਟੂ ਪ੍ਰਾਇਮਰੀ ਕੀ। फॉरन की च सिर्फ वो वैल्यूज आउणगीਆਂ ਜਿਹੜੀਆਂ प्राइमरी की ਦੇ ਵਿੱਚ ਐਗਜ਼ਿਸਟ ਕਰਦੀਆਂ ਹੋਣ। The primary key values are referenced by the foreign key values of another table. The foreign key attribute can have only those values that are already filled in the primary key attribute। ठीक है, for example जिवें आपां पिछे देखा roll number is a primary key, it can be referred by the roll number in another table। मान लो रिजल्ट ना का कोई टेबल असीं बनाउने आ, उहदे च भी असीं रोल नंबर रखिया। हुण रिजल्ट वाले टेबल च जिहड़ा रोल नंबर होएगा वो जिहड़ा मेन साडा आ टेबल वाला रोल नंबर है इहनूं रैफर करेगा। ये रोल नंबर प्राइमरी की मन्निया जाएगा ते रिजल्ट वाले टेबल का रोल नंबर है जिहड़ा वो फॉरन की मन्निया जाएगा, क्योंकि रिजल्ट सिर्फ उसे स्टूडेंट का आएगा जिहदा रोल नंबर पहला इस प्राइमरी की च होएगा। सो रैफरेंस बन जाएगा ते इस करके उहनूं असीं फॉरन की कहांगे। ये सी साडा कुछ यूटिलिटीज़ दे ते कीज़ दे बारे च डिस्कशन।